ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਪੂਰਨ ਕਰਜ਼ਾ ਮਾਫੀ ਦੀ ਗੱਲ ਕਰਨ ਵਾਲੀ ਕਾਂਗਰਸ ਹੁਣ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹਦਾ ਰੂਪ ਬਦਲ ਗਿਆ ਕਰਜ਼ਾ ਮਾਫੀ ਦਾ। ਹੁਣ ਕਰਜ਼ਾ ਰਾਹਤ ਸਕੀਮ ਦੀ ਗੱਲ ਕੀਤੀ ਜਾ ਰਹੀ ਹੈ ਔਰ ਮੌਜੂਦਾ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਜੋ ਅਸੀਂ ਵਾਅਦਾ ਕੀਤਾ ਸੀ ਉਹ ਕਿਸ਼ਤਾਂ ਦੇ ਵਿੱਚ ਨਿਭਾਉਣ ਦੀ ਰਵਾਇਤ ਅਸੀਂ ਉਹ ਸ਼ੁਰੂ ਕਰ ਦਿੱਤੀ ਹੈ। ਮਾਨਸਾ ਦੇ ਵਿੱਚ ਕੱਲ੍ਹ ਪ੍ਰੋਗਰਾਮ ਵੀ ਹੋਇਆ, ਪਰ ਇਸ ਪ੍ਰੋਗਰਾਮ ਦੇ ਅਗੇਂਸਟ ਕਿਸਾਨ ਭਾਈਚਾਰਾ ਵੀ ਹੈ ਔਰ ਵਿਰੋਧੀ ਧਿਰਾਂ ਵੀ ਹੈ। ਵਿਰੋਧੀ ਧਿਰਾਂ ਕਿਉਂ ਇਸ ਦਾ ਖਿਲਾਫ ਨੇ? ਕਿਉਂ ਕਿਸਾਨਾਂ ਨੂੰ ਜਿੰਨਾ ਵੀ ਕਰਜ਼ਾ ਮਾਫ ਹੋ ਰਿਹਾ ਚਾਹੇ ਘੱਟ ਸਹੀ ਉਹਦਾ ਖਿਲਾਫਤ ਕਿਉਂ ਕਰ ਰਹੀਆਂ ਨੇ? ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਮੌਜੂਦ ਨੇ। ਬਾਦਲ ਸਾਹਿਬ, ਸਭ ਤੋਂ ਪਹਿਲਾ ਸਵਾਲ, ਚਲੋ ਆਪਾਂ ਵਾਅਦੇ ਵੂਦੇ ਛੱਡ ਦਿੰਦੇ ਹਾਂ, ਮੈਂ ਸਿਰਫ ਇਹ ਜਾਣਨਾ ਚਾਹੁੰਦਾ ਕਿਸੇ ਕਿਸਾਨ ਦਾ ਭਾਵੇਂ 10,000 5,000 20,000 25,000 ਕੁਝ ਵੀ ਘੱਟ ਹੁੰਦਾ, ਉਹਦੀ ਮੁਖਾਲਫਤ ਤੁਸੀਂ ਕਿਉਂ ਕਰ ਰਹੇ ਹੋ? ਮੁਖਾਲਫਤ ਨਹੀਂ ਹੈ, ਅਸੀਂ ਕਹਿੰਦੇ ਕਿ ਤੁਸੀਂ ਵਾਅਦਾ ਜੋ ਕੀਤਾ ਸੀ ਉਹ ਵਾਅਦੇ ਤੋਂ ਮੁੱਕਰ ਰਹੇ ਹੋ। ਇਹਨਾਂ ਨੇ ਕੈਪਟਨ ਸਾਹਿਬ ਨੇ ਪੂਰੇ TV ਰਾਹੀਂ ਪਿੰਡ ਪਿੰਡ ਜਾ ਕੇ ਹਰ ਰੈਲੀ 'ਚ ਕਿਹਾ ਸੀ ਕਿ ਕਿਸਾਨ ਭਰਾਓ ਤੁਹਾਨੂੰ ਕੋਈ ਕਰਜ਼ਾ ਦੇਣ ਦੀ ਲੋੜ ਨਹੀਂ, ਸਾਰੇ ਆੜ੍ਹਤੀਆਂ ਦਾ ਅਸੀਂ ਮੋੜਾਂਗੇ, ਸਾਰੇ ਪ੍ਰਾਈਵੇਟ ਬੈਂਕਾਂ ਦਾ, ਸਾਰੇ ਸਰਕਾਰੀ ਬੈਂਕਾਂ ਦਾ ਅਤੇ ਸਾਰੀ ਕੋਆਪਰੇਟਿਵ ਬੈਂਕ ਦਾ ਅਸੀਂ ਕਰਜ਼ਾ ਮੋੜਾਂਗੇ। ਪਿਛਲੇ 1 ਸਾਲ ਹੋ ਗਿਆ, ਕਿਸਾਨਾਂ ਨੂੰ ਉਮੀਦ ਜਾਗੀ। ਇਹਨਾਂ ਨੇ ਫਾਰਮ ਵੀ ਭਰਾਏ ਸੀ, ਉਹਨਾਂ ਤੋਂ ਘਰ ਘਰ ਗਏ ਸੀ, ਉਹਦੇ 'ਚ ਉਹਨਾਂ ਨੇ ਐਫੀਡੇਵਿਟ ਦਿੱਤਾ ਸੀ, ਲਿਖਿਆ ਸੀ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਵਾਅਦਾ ਕਰਦਾ ਕਿ ਜਿੰਨਾ ਤੁਹਾਡਾ ਕਰਜ਼ਾ ਹੈ, ਫਾਰਮ 'ਤੇ ਉਹਨਾਂ ਨੂੰ ਲਿਖਵਾਉਂਦੇ ਸੀ ਤੁਹਾਡੇ ਕਿੰਨਾ ਕਰਜ਼ਾ 5 ਲੱਖ 7 ਲੱਖ 8 ਲੱਖ ਜਿੰਨਾ ਵੀ ਹੈ, ਅਤੇ ਮੈਂ ਵਾਅਦਾ ਕਰਦਾ ਕਿ ਆਉਣ ਸਾਰ ਮੈਂ ਮਾफ़ ਕਰੂੰਗਾ। ਹੋਇਆ ਕੀ, ਲੋਕਾਂ ਨੇ, ਜਨਤਾ ਨੇ, ਕਿਸਾਨਾਂ ਨੇ, ਗਰੀਬ ਨੇ ਇੱਕ ਉਮੀਦ ਜਾਗੀ, ਉਹਨਾਂ ਨੇ ਇੱਕ ਤਰਫਾ ਵੋਟ ਪਾਈ। ਮੈਂ ਸਾਡੇ ਅਕਾਲੀ ਪਰਿਵਾਰਾਂ ਨੇ ਵੀ ਉਹਨਾਂ ਦੇ ਬੱਚਿਆਂ ਨੇ ਫੋਰਸ ਕੀਤਾ, ਕਈ ਬਜ਼ੁਰਗ ਮੇਰੇ ਕੋਲ ਆਏ ਕਹਿਣ ਲੱਗੇ ਜੀ ਸਾਡੇ ਬੱਚਿਆਂ ਨੇ ਕਿਹਾ ਪਾਪਾ ਇੱਕ ਵਾਰ ਤਾਂ ਕਰਜ਼ਾ ਮਾਫ਼ ਹੋ ਜਾਊਗਾ, ਕਿ ਇੱਕ ਵਾਰ ਪਾ ਦਿੰਦੇ ਹਾਂ, ਅਗਲੀ ਵਾਰ ਫਿਰ ਤੋਂ ਅਕਾਲੀ ਦਲ ਨੂੰ ਵੋਟ ਪਾ ਦਾਂਗੇ। ਸੋ ਇਹੋ ਜਿਹਾ ਮਾਹੌਲ ਬਣਾਇਆ। ਅੱਛਾ, ਹੋਇਆ ਕੀ, ਲੋਕਾਂ ਨੇ ਕਰਜ਼ੇ ਦੇਣੇ ਬੰਦ ਕਰ ਦਿੱਤੇ ਕਿਉਂਕਿ ਉਹਨੂੰ ਉਮੀਦ ਸੀ। ਅੱਛਾ, ਹੁਣ ਉਹ ਡਿਫਾਲਟਰ ਬਣ ਗਏ, NPA ਅਕਾਊਂਟ ਹੋ ਗਏ। ਅੱਗੇ ਤੋਂ ਹੁਣ ਜਿਹੜਾ ਵੱਡਾ ਨੁਕਸਾਨ ਕੀਤਾ ਪੰਜਾਬ ਦੇ ਕਿਸਾਨ ਦਾ ਕਿ ਹੁਣ ਅਗਲੇ ਬੈਂਕ ਜਿਹੜੇ ਹੈਗੇ ਆ ਉਹ ਅੱਗੇ ਤੋਂ ਹੁਣ ਦੇਣਾ ਬੰਦ ਕਰਤਾ ਉਹਨਾਂ ਨੇ, ਕਿਉਂਕਿ 1 ਸਾਲ ਹੋ ਗਿਆ ਉਹਨਾਂ ਨੇ 1 ਸਾਲ ਦੀ ਕਿਸ਼ਤ ਨਹੀਂ ਮੋੜੀ। NPA ਹੋ ਗਿਆ ਐਂਡ RBI ਦਾ ਲਾਅ ਹੈ ਕਿ ਤੁਸੀਂ ਜੇ NPA ਹੋ ਜਾਏ ਅਕਾਊਂਟ ਫਿਰ ਉਹਨੂੰ ਕਰਜ਼ਾ ਨਹੀਂ ਦੇਣਾ, ਕੋਈ ਮਰਜ਼ੀ ਕਹੀ ਜਾਏ, ਤੁਸੀਂ ਕਰਜ਼ਾ ਨਹੀਂ ਦੇਦੇ। ਹੁਣ ਉਹੀ ਕਿਸਾਨ ਜਿਨ੍ਹਾਂ ਨੂੰ ਸਸਤਾ ਬੈਂਕਾਂ ਤੋਂ ਮਿਲਦਾ ਸੀ ਹੁਣ ਉਹ ਸਾਰੇ ਮਨੀ ਲੈਂਡਰਾਂ ਦੇ ਕੋਲੇ ਹੋ ਗਏ ਕਿਉਂਕਿ ਬੈਂਕਾਂ ਨੇ ਉਹਨਾਂ ਨੂੰ ਕਰਜ਼ਾ ਦੇਣਾ ਬੰਦ ਕਰ ਦਿੱਤਾ। ਅੱਛਾ, ਹੋਇਆ ਕੀ, ਬੈਂਕਾਂ ਦਾ ਨੇ ਕਰਜ਼ਾ ਫਿਰ ਵੀ ਨਹੀਂ ਮੋੜਿਆ ਇਹਨਾਂ ਨੇ ਇਕੱਲਾ ਕੋਆਪਰੇਟਿਵ ਬੈਂਕ ਦਾ ਕਰਜ਼ਾ ਇਹਨਾਂ ਨੇ ਕਿਹਾ, ਉਹ ਵੀ ਉਹਨਾਂ ਨੇ ਲਿਮਿਟ ਹੈ ਜਿਹੜੀ ਐਗਰੀਕਲਚਰ ਲਿਮਿਟ ਹੈ, ਉਹ ਲੋਕਾਂ ਨੂੰ ਐਗਰੀਕਲਚਰ ਲਿਮਿਟ, ਉਹ ਫਾਰਮਰ ਨੂੰ ਐਗਰੀਕਲਚਰ ਲਿਮਿਟ ਮਿਲਦੀ ਹੈ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੋਏ, ਕਿਉਂਕਿ ਹਰ 6 ਮਹੀਨੇ ਬਾਅਦ ਉਹ ਲਿਮਿਟ ਰਿਨਿਊ ਹੁੰਦੀ ਹੈ। ਜੇ ਕਿਸਾਨ ਇੱਕ ਵਾਰ 6 ਮਹੀਨੇ 'ਚ ਕਰਜ਼ਾ ਉਹ ਲਿਮਿਟ ਨਾ ਵਾਪਸ ਕਰੇ, ਅਗਲੀ ਲਿਮਿਟ ਨਹੀਂ ਮਿਲਦੀ। ਸੋ ਜਿਹੜੇ ਲੋਕ ਜਿਹਦਾ ਕਰਜ਼ਾਈ ਹੈ, ਜਿਨ੍ਹਾਂ ਦਾ ਬੁਰਾ ਹਾਲ ਹੈ, ਉਹਨਾਂ ਨੂੰ ਤਾਂ ਫਿਰ ਵੀ ਨਹੀਂ ਕੁਛ ਉਹ ਲਿਮਿਟ ਮਿਲਦੀ ਨਹੀਂ। ਸੋ ਇਸ ਕਰਕੇ ਜਿਹੜਾ ਇਹਨਾਂ ਨੇ ਕਰਜ਼ਾ ਹੁਣ ਕਿਹਾ, ਉਹਨਾਂ ਨੇ ਕਿਹਾ ਕਿ ਜਿਹੜੇ ਮਾਰਜਨਲ ਫਾਰਮਰ ਪਹਿਲਾਂ 2 ਏਕੜ ਤੋਂ ਥੱਲੇ ਕਰ ਦਿੱਤਾ, ਫਿਰ ਉਹਨੇ ਕਿਹਾ ਇਕੱਲੀ ਵਰਕਿੰਗ ਕੈਪੀਟਲ ਲਿਮਿਟ। ਵਰਕਿੰਗ ਕੈਪੀਟਲ ਲਿਮਿਟ ਇੱਕ ਹੋਰ ਚੀਜ਼ ਹੁੰਦੀ ਹੈ ਅਤੇ ਕਰਜ਼ਾ ਬੈਂਕਾਂ ਦਾ ਟਰਮ ਲੋਨ ਹੋਰ ਹੁੰਦਾ। ਟਰਮ ਲੋਨ ਤਾਂ ਕਹਿੰਦਾ ਅਸੀਂ ਦੇਣਾ ਨਹੀਂ, ਫਿਰ ਇਹਨਾਂ ਨੇ ਹੋਰ ਕੰਡੀਸ਼ਨ ਲਾਤੀ ਕਿ ਜੇ ਤੁਸੀਂ ਸਾਰੇ ਬੈਂਕਾਂ ਦਾ ਅਤੇ ਹਰ ਬੰਦੇ ਦਾ ਸਾਰਾ ਕਰਜ਼ਾ ਦੇਖ ਲਿਆ, ਜੇ ਸਾਰੇ ਕਰਜ਼ੇ 'ਤੇ 2 ਲੱਖ ਤੋਂ ਵੱਧ ਹੋਇਆ ਉਹਨੂੰ 1 ਰੁਪਇਆ ਨਹੀਂ ਦੇਣਾ। ਜੇ 199 ਹੋਇਆ ਤਾਂ ਉਹਨੂੰ ਦੇ ਦੇਣਗੇ, ਜੇ 201 ਹੋਇਆ, 2 ਲੱਖ ਤੋਂ 1 ਰੁਪਇਆ ਵੱਧ ਹੋਇਆ, ਫਿਰ ਤੁਹਾਨੂੰ 1 ਰੁਪਇਆ ਵੀ ਨਹੀਂ ਮਿਲਣਾ। ਸੋ ਹੋਣਾ ਕੀ ਹੈ ਕਿ ਜਿਹੜੇ ਵਿਚਾਰੇ ਗਰੀਬ ਜਿਨ੍ਹਾਂ ਦੀ ਉਮੀਦ ਸੀ ਉਹ ਸਾਰੀ ਸ਼ੈਟਰ ਹੋ ਗਈ। ਤਾਂ ਹੁਣ ਕੀ ਤੁਸੀਂ ਦੇਖੋਗੇ, ਤੁਸੀਂ ਹੈਰਾਨ ਲਓਗੇ, ਹੁਣ ਇਹਨੇ 47,000 ਕਿਸਾਨਾਂ ਨੂੰ ਕਹਿੰਦੇ ਅਸੀਂ ਕਰਜ਼ਾ ਉਹਨਾਂ ਦਾ ਮਾਫ਼ ਕੀਤਾ ਮਾਨਸਾ, ਠੀਕ ਹੈ, ਅਤੇ 170 ਕਰੋੜ ਰੁਪਇਆ ਅਪਰੋਕਸੀਮੇਟਲੀ ਇਹਨਾਂ ਨੇ ਮਾਫ਼ ਕੀਤਾ 47,000। ਜੇ ਤੁਸੀਂ ਡਿਵਾਈਡ ਕਰੋ ਐਵਰੇਜ 35,000 ਰੁਪਇਆ ਆਉਂਦੀ ਹੈ। ਹੁਣ ਜੇ 35,000 ਰੁਪਇਆ ਮਾਫ਼ ਕਰਨਾ ਹੈ, ਇੰਨਾ ਤਾਂ ਧੋਖਾ ਹੀ ਹੈ। ਅਕਾਲੀ ਦਲ ਦੀ ਸਰਕਾਰ 13 ਲੱਖ ਕਿਸਾਨਾਂ ਦਾ ਜਿਹੜਾ ਟਿਊਬਵੈੱਲ ਹੈ ਉਹਨਾਂ ਦਾ ਅਸੀਂ ਮਾਫ਼ ਕੀਤਾ। ਮਾਫ਼ ਦਾ ਮਤਲਬ ਹੈ ਉਹ ਬਲ ਸਾਹਿਬ ਵਗੈਰਾ ਸ਼ੁਰੂਆਤ ਤਾਂ ਅਸੀਂ ਕੀਤੀ ਹੈ, ਤੁਸੀਂ 10 ਸਾਲਾਂ ਦੇ ਵਿੱਚ 1 ਰੁਪਈਆ ਕਿਸਾਨ ਦਾ ਮਾਫ਼ ਨਹੀਂ ਕੀਤਾ। ਹੁਣ ਕਾਂਗਰਸ ਨੇ ਸ਼ੁਰੂਆਤ ਤਾਂ ਕੀਤੀ, ਚਲੋ 147 ਕਰੋੜ ਹੀ ਸਹੀ, ਕੁਝ ਤਾਂ ਜਾ ਰਿਹਾ ਕਿਸਾਨਾਂ ਦਾ। ਅਸੀਂ ਜਿਹੜਾ ਮੈਂ ਕਹਿੰਦਾ ਕਿ ਮੈਂ ਭਾਵੇਂ 1 ਰੁਪਇਆ ਕੰਪੈਰੀਜ਼ਨ ਵਾਰ-ਵਾਰ ਤੁਹਾਡੇ 10 ਸਾਲ ਨਾਲ ਕਰਦੇ ਨੇ ਵੀ ਤੁਸੀਂ 10 ਸਾਲ 'ਚ ਦੱਸ ਦਿਓ ਕਿੰਨਾ ਤੁਸੀਂ ਕਰਜ਼ਾ ਕਿਸੇ ਦਾ ਮਾਫ਼ ਕੀਤਾ। ਕਹਿੰਦਾ ਇਹਨਾਂ ਨੇ ਇਕੱਲੇ 170 ਕੀਤਾ ਨਾ, ਇਹਨਾਂ 5 ਜ਼ਿਲ੍ਹਿਆਂ ਦਾ
ਅਸੀਂ ਜੋ ਨਰਮੇ ਦੀ ਫਸਲ ਖਰਾਬ ਹੋ ਗਈ ਸੀ ਨਾ, ਅਸੀਂ 650 ਕਰੋੜ ਰੁਪਇਆ ਮੁਆਵਜ਼ਾ ਦਿੱਤਾ ਸੀ। 600 ਕਰੋੜ ਰੁਪਇਆ ਖਾਲੀ ਨਰਮੇ ਦਾ, ਇਕੱਲੇ ਨਰਮੇ ਇੱਕ ਫਸਲ ਦਾ 650 ਕਰੋੜ। ਆ 5 ਜ਼ਿਲ੍ਹਿਆਂ ਦੇ ਜਿੱਥੇ ਨਰਮਾ ਹੁੰਦਾ ਹੈ। ਇਹਨਾਂ ਨੇ ਤਾਂ ਇਕੱਲਾ 170 ਕਰੋੜ ਦਿੱਤਾ ਇਕੱਲੇ। ਆ ਨਹੀਂ, ਅਸੀਂ ਜੇ ਟਿਊਬਵੈੱਲ ਦੇ ਕਨੈਕਸ਼ਨ ਅਸੀਂ ਕਿਉਂਕਿ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਅਕਾਲੀ ਦਲ ਬਾਦਲ ਸਾਹਿਬ ਜੋ ਕਹਿੰਦੇ ਸੀ ਕੀ ਕਰਦੇ ਸੀ। ਬਾਦਲ ਸਾਹਿਬ ਨੇ ਕਿਹਾ ਟਿਊਬਵੈੱਲਾਂ ਦੇ ਬਿੱਲ ਮਾਫ ਕਰਾਂਗੇ। ਅਸੀਂ ਅਨੁਸਾਰ ਪਹਿਲਾ ਫੈਸਲਾ ਕੀਤਾ, ਬਿੱਲ ਮਾਫ ਕੀਤੇ। 15 ਸਾਲ ਸਾਡੀ ਸਰਕਾਰ ਰਹੀ ਹੈ, ਤਕਰੀਬਨ 65 ਤੋਂ 70 ਹਜ਼ਾਰ ਕਰੋੜ ਰੁਪਇਆ ਕਿਸਾਨ ਦਾ ਮਾਫ ਹੋਇਆ। ਮਾਫ ਜਿਵੇਂ ਕਰਜ਼ਾ ਮਾਫ ਹੋਇਆ, ਆ ਬਿੱਲ ਮਾਫ ਹੈ। ਮੇਰਾ ਮਾਫ ਨਾ ਹੁੰਦਾ ਤਾਂ ਉਹ ਕਰਜ਼ੇ ਦੇ ਰੂਪ ਚ ਬਣ ਜਾਂਦਾ। ਕਰਜ਼ਾ ਹੀ ਹੈ। ਇੱਕ ਟਿਊਬਵੈੱਲ ਦਾ ਮਤਲਬ ਹੈ, ਇੱਕ ਟਿਊਬਵੈੱਲ ਦਾ ਬਿੱਲ ਸਾਲ ਦਾ 80,000 ਰੁਪਏ ਤੋਂ ਲੈ ਕੇ 1 ਲੱਖ ਰੁਪਇਆ ਸਾਲ ਦਾ ਅਸੀਂ ਮਾਫ ਕਰਦੇ ਰਹੇ 15 ਸਾਲ। ਕੈਪਟਨ ਸਾਹਿਬ 5 ਸਾਲ ਮੁੱਖ ਮੰਤਰੀ ਬਣੇ, ਉਹਨਾਂ ਨੇ ਬਿੱਲ ਲਾਤੇ ਸੀ ਟਿਊਬਵੈੱਲਾਂ ਦੇ ਬਿੱਲ, ਅਸੀਂ ਮਾਫ ਰੱਖਿਆ। ਇਕੱਲੇ ਆ ਨਹੀਂ, ਅਸੀਂ ਪੰਜਾਬ ਦੇ ਕਿਸਾਨਾਂ ਦੀ ਸਾਰਿਆਂ ਦੀ 50,000 ਰੁਪਏ ਤੱਕ ਤਾਂ ਮੈਡੀਕਲ ਇੰਸ਼ੋਰੈਂਸ ਕਰਾਤਾ ਸੀ ਕਿ 50,000 ਰੁਪਏ ਤੱਕ ਸਾਲ ਦਾ ਤੁਸੀਂ ਕਿਤੇ ਮਰਜ਼ੀ ਇਲਾਜ ਕਰਾਓ, ਫੈਮਿਲੀ ਦਾ ਤੁਹਾਨੂੰ ਮੁਫਤ ਹੈ। ਇਹਨਾਂ ਨੇ ਤਾਂ ਇਕੱਲੇ 35,000 ਰੁਪਏ ਕਰਜ਼ਾ ਮਾਫ ਕੀਤਾ, ਅਸੀਂ 50 ਲਿਮਿਟ। ਅੱਛਾ, ਅਨੁਸਾਰ ਜਦੋਂ ਦੀ ਸਰਕਾਰ ਆਈ ਹੈ, ਇਹਨਾਂ ਨੇ ਉਹ ਸਕੀਮ ਬੰਦ ਕਰ ਦਿੱਤੀ, ਮੈਡੀਕਲ ਇੰਸ਼ੋਰੈਂਸ ਬੰਦ ਕਰਤੀ। ਅਸੀਂ ਹਰ ਕਿਸਾਨ ਦਾ 5 ਲੱਖ ਰੁਪਇਆ ਜਾਨ ਦੀ ਉਹਦੀ ਇੰਸ਼ੋਰੈਂਸ ਕਰਾਤੀ ਸੀ, ਲਾਈਫ ਇੰਸ਼ੋਰੈਂਸ, ਉਹ ਵੀ ਬੰਦ ਕਰ ਦਿੱਤੀ ਹੈ। ਅਸੀਂ ਕਿਸਾਨ ਦਾ ਤੁਸੀਂ ਦੇਖੋਗੇ ਪਹਿਲੇ ਮੁਆਵਜ਼ਾ 2,000 ਰੁਪਏ ਏਕੜ ਸੀ, ਅਸੀਂ 8,000 ਰੁਪਇਆ ਮੁਆਵਜ਼ਾ ਕੀਤਾ ਹੈ। ਜੇ ਤੁਸੀਂ ਲਿਸਟ ਦੇਖੋਗੇ, ਬੈਲੈਂਸ ਦੀ ਗੱਲ ਨਹੀਂ ਹੈ, ਉਹਦਾ ਮੁਕਾਬਲਾ ਨਹੀਂ ਜ਼ਮੀਨ ਆਸਮਾਨ ਦਾ। ਅਸੀਂ ਕਿਹਾ ਕਿ ਅਸੀਂ ਜੋ ਕਹਿੰਦੇ ਸੀ ਕਰਦੇ ਸੀ। ਅਸੀਂ 19 ਕਮਿਟਮੈਂਟ। ਕੈਪਟਨ ਸਾਹਿਬ ਕਹਿੰਦੇ ਕਰਨਾ ਤਾਂ ਮੈਂ ਵੀ ਚਾਹੁੰਦਾ, ਪਰ ਖਜ਼ਾਨਾ ਤੁਸੀਂ ਖਾਲੀ ਕਰ ਗਏ ਹੋ। ਖਜ਼ਾਨਾ 10 ਸਾਲ ਦੇ ਕਹਿ ਰਹੇ ਨਾ, ਖਜ਼ਾਨਾ ਖਾਲੀ ਹੈ। 10 ਸਾਲ 'ਚ ਦੇਖੋ ਅਸੀਂ 6-6 ਹਜ਼ਾਰ ਕਰੋੜ ਸਾਲ ਦਾ ਤਾਂ ਅਸੀਂ ਬਿੱਲ ਪੇ ਕਰਦੇ ਸੀ, 35-30 ਹਜ਼ਾਰ ਕਰੋੜ ਤਾਂ ਅਸੀਂ ਇਹਦਾ ਹੀ ਦਿੱਤਾ, ਖਜ਼ਾਨਾ ਖਾਲੀ 'ਚੋਂ ਦਿੱਤਾ ਜਾਂਦਾ ਹੈ। ਜਿਹੜਾ ਅਸੀਂ ਇੰਸ਼ੋਰੈਂਸਾਂ ਕਰਾਈਆਂ, ਮੈਡੀਕਲ ਇੰਸ਼ੋਰੈਂਸ, ਅਸੀਂ ਮੁਆਵਜ਼ੇ ਦਿੱਤੇ ਹੈ, ਪਲੱਸ ਆ ਛੱਡ ਦਿਓ ਪੰਜਾਬ ਨੂੰ ਪਾਵਰ ਸਰਪਲਸ ਬਣਾਇਆ, ਸੜਕਾਂ ਬਣਾਈਆਂ, ਪਿੰਡਾਂ 'ਚ ਘੱਟ ਤੋਂ ਘੱਟ ਇੱਕ ਪਿੰਡ ਨੂੰ 2-2, 3-3 ਕਰੋੜ ਦੀ ਡਿਵੈਲਪਮੈਂਟ ਗ੍ਰਾਂਟ ਦਿੱਤੀ ਹੈ, ਕਰਜ਼ੇ ਕਾਲੀ ਤੋਂ ਨਿੰਦੀ। ਅਸਲੀ ਗੱਲ ਹੈ, ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਇਹਨਾਂ ਨੇ ਵਾਅਦਾ ਕਰ ਲਿਆ ਜ਼ਿਆਦਾ, ਅਤੇ ਇਹਨਾਂ ਦੀ ਬੇਸਿਕਲੀ ਇਕਨੋਮਿਕ ਮਾਈਂਡ ਨਹੀਂ ਹੈ। ਮਨਪ੍ਰੀਤ ਸਿੰਘ ਬਾਦਲ ਜਿਹੜਾ ਹੁਣ ਖਜ਼ਾਨਾ ਮੰਤਰੀ ਹੈ, ਸਾਡੀ ਸਰਕਾਰ ਦੇ ਦੌਰਾਨ 4 ਸਾਲ ਖਜ਼ਾਨਾ ਮੰਤਰੀ ਰਿਹਾ। ਮਨਪ੍ਰੀਤ ਸਿੰਘ ਬਾਦਲ ਨੇ ਹੀ ਆ ਜਿਹੜਾ ਮੈਨੀਫੈਸਟੋ ਬਣਾਇਆ ਸੀ ਕਿ ਆ ਵਾਅਦਾ ਕੀਤਾ ਸੀ, ਉਹ ਕਮੇਟੀ ਦਾ ਹੈੱਡ ਸੀ। ਕਿ ਮਨਪ੍ਰੀਤ ਸਿੰਘ ਬਾਦਲ ਨੂੰ ਪੰਜਾਬ ਦੇ ਖਜ਼ਾਨੇ ਬਾਰੇ ਉਦੋਂ ਪਤਾ ਨਹੀਂ ਸੀ? ਫਿਰ ਆ ਕਮਿਟਮੈਂਟ ਕਿਉਂ ਕੀਤੀ? ਅਸਲੀ ਗੱਲ ਹੈ, ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਆਹ ਤਾਂ ਉਹੀ ਗੱਲ ਹੋਈ ਕਿ ਇੱਕ ਨਵੀਂ ਗੱਡੀ 'ਤੇ ਅਨਾੜੀ ਡਰਾਈਵਰ ਬਿਠਾ ਦਿਓ, ਉਹਨੇ ਕੰਧ 'ਚ ਮਾਰਨੀ ਹੈ ਗੱਡੀ। ਭਾਵੇਂ ਉਹ ਟੁੱਟੀ ਗੱਡੀ 'ਚ ਕੋਈ ਐਕਸਪਰਟ ਡਰਾਈਵਰ ਬਿਠਾ ਦਿਓ, ਉਹਨੇ ਗੱਡੀ ਵਧੀਆ ਸਿਰੇ ਆਪਣੇ ਡੈਸਟੀਨੇਸ਼ਨ ਪਹੁੰਚਾ ਦੇਣੀ ਹੈ। ਇਹਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਸਰਕਾਰ ਨਾਮ ਦੀ ਚੀਜ਼ ਹੀ ਹੈ ਨਹੀਂ, ਇੰਟਰਸਟ ਹੀ ਹੈ ਨਹੀਂ। ਜਾਂ ਤਾਂ ਹੁੰਦਾ ਥੋੜ੍ਹਾ ਮੋਟਾ ਵੀ ਇੰਟਰਸਟ ਹੋਏ, ਅਸੀਂ ਕਰਨਾ ਹੈ। ਹੁਣ 1 ਸਾਲ ਤਾਂ ਲਾਤਾ 30,000 ਦੇਣ ਵਾਸਤੇ, 1 ਸਾਲ ਲਾਤਾ 30,000 ਰੁਪਇਆ ਦੇਣ ਵਾਸਤੇ। ਪਰ ਉਹ ਕਹਿੰਦੇ ਨੇ ਇੱਕ ਪੜਾਅ ਹੈ, ਹਲੇ ਹੋਰ ਬੜੇ ਪੜਾਅ ਚੱਲਣੇ ਨੇ, ਹਜੇ 5 ਜ਼ਿਲ੍ਹੇ ਕਵਰ ਕੀਤੇ ਨੇ, ਪੂਰਾ ਪੰਜਾਬ ਕਵਰ ਕਰਨਾ। ਨਹੀਂ, ਜਿਹੜੇ ਜ਼ਿਲ੍ਹੇ ਕਵਰ ਹੋ ਗਏ ਨਾ, ਇੱਥੇ ਵਾਪਸ ਨਹੀਂ ਆਉਣਾ ਇਹਨਾਂ ਨੇ, ਭਾਵੇਂ ਲਿਸਟਾਂ ਗਲਤ ਲੱਗੀਆਂ ਨੇ, ਕੁਛ ਮਰਜ਼ੀ। ਹੁਣ ਆਹ ਜਿਹੜੇ 5 ਜ਼ਿਲ੍ਹੇ ਕਰਤੇ, 170 ਕਰੋੜ ਅਗਲੇ 5 ਜ਼ਿਲ੍ਹਿਆਂ 'ਚ ਕਰ ਦੇਣਗੇ, 170 ਕਰੋੜ ਅਗਲੇ 5, ਸਾਰਾ 700 ਕਰੋੜ ਤੇ ਮਿਟਾ ਦੇਣਾ, ਸਾਰਾ ਮਿਟਾ ਦੇਣਾ, ਜਿੱਥੇ 90,000 ਕਰੋੜ ਕਿਹਾ ਸੀ। ਇੰਨਾ ਤਾਂ ਅਸੀਂ ਜਿੰਨਾ ਕਰਦੇ, ਇੰਨਾ ਤਾਂ ਅਸੀਂ ਨਰਮੇ ਦਾ ਮੁਆਵਜ਼ਾ ਦਿੱਤਾ ਸੀ। ਇਕੱਲੇ ਨਰਮੇ ਦਾ 5 ਜ਼ਿਲ੍ਹਿਆਂ 'ਚ 650 ਕਰੋੜ ਦਿੱਤਾ ਸੀ, ਜਿਹੜਾ ਪੂਰੇ ਪੰਜਾਬ ਦੇ ਕਰਜ਼ੇ ਦੀ ਗੱਲ ਕਰ ਰਹੇ। ਅੱਛਾ, ਇੱਕ ਗੱਲ ਬਾਦਲ ਸਾਹਿਬ ਹੋਰ ਹੈਗੀ ਹੈ ਕਿ ਜਦੋਂ ਵਾਅਦਾ ਕੀਤਾ ਗਿਆ ਸੀਗਾ, ਉਦੋਂ ਵੀ ਤੁਸੀਂ ਕਹਿੰਦੇ ਸੀ ਵੀ ਇਹਨਾਂ ਨੇ 1 ਰੁਪਈਆ ਕਦੇ ਮਾਫ ਨਹੀਂ ਕਰਨਾ, 1 ਰੁਪਈਆ ਕਦੇ ਮਾਫ ਨਹੀਂ ਕਰਨਾ। ਹੁਣ ਜਿਹੜਾ ਸਰਕਾਰ ਇਹ ਤਰਕ ਦਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਕਰਾਰਾ ਜਵਾਬ ਦਿੱਤਾ, ਜਿਹੜੇ ਸਾਨੂੰ ਕਹਿੰਦੇ ਸੀ 1 ਰੁਪਈਆ ਮਾਫ ਨਹੀਂ ਕਰਨਾ, ਆਹ ਸ਼ੁਰੂਆਤ ਅਸੀਂ ਕਰਤੀ ਹੈ। ਇਹਨੇ ਮਾਫ ਐਕਚੁਅਲੀ ਕਿਸਾਨ ਦਾ ਨਹੀਂ ਕੀਤਾ, ਕਿਸਾਨ 'ਤੇ ਹੀ ਟੈਕਸ ਲਾਇਆ। ਹੁਣ ਇਹਨਾਂ ਕੀ ਕੀਤਾ, ਆ ਪੈਸਾ ਕਿੱਥੋਂ ਆਇਆ ਇਹਨਾਂ ਕੋਲੇ? ਇਹਨਾਂ ਨੇ ਕਣਕ ਅਤੇ ਝੋਨੇ 'ਤੇ 1 ਰੁਪਈਆ ਟੈਕਸ ਲਾਤਾ, ਸੈਸ ਲਾਤਾ 1%। ਕਿਸਾਨ ਤੋਂ ਹੀ ਪੈਸਾ ਲਿੱਤਾ, ਉਹਨੂੰ ਵੀ ਵਾਪਸ ਕਰਤਾ। ਉਹ 1,000 ਕਰੋੜ ਰੁਪਇਆ ਸਾਲ ਉਹਨਾਂ ਕੋਲ ਆਇਆ ਸੈਸ ਤੋਂ, ਤੇ 700 ਕਰੋੜ ਵਾਪਸ ਕਰਤਾ। ਪਰ ਸੜਕਾਂ ਦੀ ਮੁਰੰਮਤ ਵੀ ਤਾਂ ਕਰ ਰਹੇ ਹੋ ਉਸ ਪੈਸੇ ਨਾਲ। ਉਹਨਾਂ ਨੇ ਕੀ ਕੀਤਾ, ਉਸ ਪੈਸਾ ਜਿਹੜਾ ਇਹਨਾਂ ਨੇ ਕੀ ਲਿੱਤਾ ਹੈ ਕਿਸਾਨ ਦਾ, 1,000 ਰੁਪਏ ਟੈਕਸ ਲਾਇਆ। ਆਹ ਟੈਕਸ 5 ਸਾਲ ਚੱਲਣਾ ਹੈ। ਉਹਨੂੰ ਬੈਂਕ ਨੂੰ ਕਰਜ਼ਾ, ਉਹਦੇ ਤੇ ਉੱਤੇ ਕਰਜ਼ਾ ਲੈ ਲਿਆ। ਅੱਛਾ, ਜੇ ਚਾਹੀਦਾ ਸੀ ਇਹਨਾਂ ਨੂੰ, ਤੇ ਘੱਟ ਤੋਂ ਘੱਟ ਜਿਹੜਾ ਸਾਰਾ ਕਰਜ਼ਾ, ਜੇ ਬੈਂਕ ਕਿਸਾਨ ਦੇ ਟੈਕਸ ਲਾਇਆ ਤੇ ਉਹਦੇ ਤੇ ਤੁਸੀਂ ਕਰਜ਼ਾ ਲੈ ਰਹੇ ਹੋ, ਤਾਂ ਘੱਟ ਤੋਂ ਘੱਟ ਸਾਰਾ ਪੈਸਾ ਕਿਸਾਨ ਨੂੰ ਦੇ ਦਿਓ। ਉਹਦੇ 'ਚੋਂ ਠੱਗੀ ਮਾਰੀ, 700 ਕਰੋੜ ਇਹਨੇ ਕਿਸਾਨ ਨੂੰ ਦਿੱਤਾ, ਬਾਕੀ 4,000 ਕਰੋੜ ਇਹਨੇ ਸੜਕਾਂ ਨੂੰ ਰਿਪੇਅਰ ਕਰਨ 'ਤੇ ਲਾਤਾ।
ਆ ਵੀ ਫਿਰ ਤੋਂ ਦੂਜੀ ਠੱਗੀ ਹੋਈ। ਆਪਣੇ ਆਪਣੇ ਖਜ਼ਾਨੇ 'ਚ ਕੁਛ ਨਹੀਂ ਦਿੱਤਾ, ਕਿਸਾਨ ਤੇ ਹੀ ਟੈਕਸ ਲਾ ਕੇ ਤੇ ਕਿਸਾਨ ਨੂੰ ਵਾਪਸ ਕਰਤਾ। ਇਹ ਤੋਂ ਵੱਡੀ ਠੱਗੀ ਕੀ ਹੋ ਸਕਦੀ? ਸੋ ਇੱਕ ਗੱਲ ਹੈ ਕਿ ਜਦੋਂ ਵੀ ਅਜਿਹੀ ਸਰਕਾਰ ਕੋਈ ਕੰਮ ਕਰਦੀ ਹੈ ਤਾਂ ਉਸ ਨੂੰ ਚੇਤਨ ਕਰਨਾ ਮੁੱਖ ਵਿਰੋਧੀ ਧਿਰਾਂ ਦਾ ਕੰਮ ਹੁੰਦਾ। ਹੁਣ ਆਮ ਆਦਮੀ ਪਾਰਟੀ ਕਹਿੰਦੀ ਅਸੀਂ ਤਾਂ ਸੜਕਾਂ ਤੇ ਉਤਰੇ ਹੋਏ ਹਾਂ ਕਿਸਾਨਾਂ ਦੀ ਬਾਂਹ ਫੜਨ ਦੇ ਲਈ। ਅਕਾਲੀ ਦਲ ਪ੍ਰੈਸ ਕਾਨਫਰੰਸਾਂ ਕਰਕੇ ਜਾਂ ਏਸੀ ਕਮਰਿਆਂ 'ਚ ਬਾਈਟਾਂ ਦੇ ਕੇ ਕਹਿੰਦਾ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ, 97 ਸਾਲ ਪੁਰਾਣੀ ਪਾਰਟੀ ਹੈ। ਅਕਾਲੀ ਦਲ ਕੋਈ ਏਸੀ ਰਹਿਣ ਵਾਲੀ ਪਾਰਟੀ ਨਹੀਂ। ਜਿੰਨੇ ਸੰਘਰਸ਼ ਕੀਤਾ ਅਕਾਲੀ ਦਲ ਨੇ ਕੀਤਾ, ਜਿੰਨੀਆਂ ਕਿਸਾਨਾਂ ਦੀਆਂ ਗੱਲਾਂ ਕੀਤੀਆਂ ਅਕਾਲੀ ਦਲ ਨੇ ਕੀਤੀਆਂ, ਜਿੰਨਾ ਵੀ ਪਿੰਡਾਂ 'ਚ ਕੁਛ ਹੋਇਆ ਹੈ, ਜਿੰਨੀਆਂ ਵੀ ਸਹੂਲਤਾਂ ਮਿਲੀਆਂ ਅੱਜ ਤੱਕ ਕਿਸਾਨ ਨੂੰ, ਗਰੀਬ ਨੂੰ ਅਕਾਲੀ ਦਲ ਨੇ ਦਵਾਈਆਂ। ਆਹ ਟਰੈਕਟਰ ਜਿਹੜਾ ਨਾ ਪਹਿਲੇ ਟੈਕਸ ਲੱਗਦਾ ਹੁੰਦਾ ਸੀ, ਬਾਦਲ ਸਾਹਿਬ ਨੇ ਕਿਹਾ ਤਾਂ ਜੱਟ ਦਾ ਗੱਡਾ ਹੈ, ਉਹਦੇ ਬਾਅਦ ਟੈਕਸ ਬੰਦ ਹੋ ਗਿਆ। ਮੈਂ ਕਿਹਾ ਉਦਾਹਰਨ ਦੇਣਾ, ਪਹਿਲੇ ਆਹ ਜਿਹੜੀਆਂ ਫਸਲਾਂ ਸੀ ਨਾ ਆਹ ਸ਼ਹਿਰਾਂ ਵੱਡੇ ਸ਼ਹਿਰਾਂ 'ਚ ਜਾ ਕੇ ਵਿਕਦੀਆਂ ਹੁੰਦੀਆਂ ਸੀ, ਆਹ ਪਿੰਡਾਂ 'ਚ ਵੇਚਣ ਲਵਾਈਆਂ ਬਾਦਲ ਸਾਹਿਬ ਨੇ ਲਵਾਈਆਂ। ਫੋਕਲ ਪੁਆਇੰਟ ਬਾਦਲ ਸਾਹਿਬ ਨੇ ਬਣਾਏ। ਆਹ ਰੂਰਲ ਲਿੰਕ ਰੋਡਸ ਪਹਿਲੇ ਬਣਦੀਆਂ ਨਹੀਂ ਹੁੰਦੀਆਂ ਸੀ, ਆਹ ਪਿੰਡਾਂ ਨੂੰ ਜੋੜਿਆ। ਅਤੇ ਜਿਹੜੇ ਐਸੀ ਭਾਈਚਾਰਾ ਹੈ, ਐਸੀ ਭਾਈਚਾਰੇ ਤੋਂ ਪਹਿਲੇ ਉਹਨਾਂ ਦੀ ਜਿਹੜੀ ਆਪਣੀ ਧਰਮਸ਼ਾਲਾ ਹੈ ਸਰਕਾਰੀ ਖਰਚ ਤਾਂ ਨਹੀਂ ਬਣਦੀਆਂ ਹੁੰਦੀਆਂ ਸੀ, ਸਾਰੀਆਂ ਚੀਜ਼ਾਂ ਬਾਦਲ ਸਾਹਿਬ ਨੇ ਕੀਤੀਆਂ। ਅਤੇ ਇੱਕ ਮਤਲਬ ਹੋਰ ਦੱਸਾਂ, ਇਹਨਾਂ ਨੇ ਜੇ ਕਿਹਾ ਸੀ ਕੈਪਟਨ ਸਾਹਿਬ ਨੇ ਕਿ ਅਸੀਂ ਖੇਤ ਮਜ਼ਦੂਰ ਦਾ ਵੀ ਕਰਜ਼ਾ ਮਾਫ਼ ਕਰਾਂਗੇ, ਉਹਨਾਂ ਨੂੰ ਤਾਂ 1 ਰੁਪਈਆ ਨਹੀਂ ਕੀਤਾ ਇਹਨਾਂ ਨੇ। ਖੁਦਕੁਸ਼ੀ ਵਾਲਿਆਂ ਦਾ ਵੀ ਕੁਛ ਨਹੀਂ ਹੋਇਆ। ਹੁਣ ਜਿਹੜੇ ਖੁਦਕੁਸ਼ੀ ਉਹ ਕਰਦਾ ਹੈ ਜਿਹਦੇ 5 ਲੱਖ ਜਾਂ 6 ਲੱਖ ਜਾਂ 7 ਲੱਖ ਕਰਜ਼ਾ ਹੋਏ, ਖੁਦਕੁਸ਼ੀ ਉਹ ਨਹੀਂ ਕਰਦਾ ਜਿਹਦੇ 30,000 ਕਰਜ਼ਾ ਹੋਏ। ਆਪਾਂ ਮਾਫ਼ ਕਰ ਰਹੇ ਹਾਂ 30,000, ਖੁਦਕੁਸ਼ੀਆਂ ਕਿਵੇਂ ਰੁਕਣਗੀਆਂ? ਜੇ ਫੈਸਲਾ ਕਰਨਾ ਦਲੇਰੀ ਨਾਲ ਕਰਦੇ ਤੇ ਬਹੁਤ ਤਰੀਕੇ ਸਰਕਾਰਾਂ ਕੋਲੇ ਪੈਸੇ ਜਨਰੇਟ ਕਰਨ ਦੇ ਕਰਕੇ, ਜੇ 10 20 30,000 ਕਰੋੜ ਕਰਦੇ ਫਿਰ ਤਾਂ ਅਸੀਂ ਚਲੇ ਕਹਿੰਦੇ ਕੋਈ ਪਾਰਸ਼ਲ ਕੀਤਾ ਹੈ। ਆਹ ਤਾਂ ਪਾਰਸ਼ਲ ਵੀ ਨਹੀਂ ਕੀਤਾ, ਆਹ ਤਾਂ ਤੁਪਕਾ ਸਿੱਟਿਆ, ਤੁਪਕਾ। ਹੁਣ ਪਿਆਸੇ ਨੂੰ ਇਕੱਲਾ ਤੁਪਕਾ ਦੇ ਦਿਓਗੇ, ਉਹ ਤਾਂ ਉਹਨੂੰ ਹੋਰ ਮਾਰਨਾ। ਚਲੋ ਤੁਸੀਂ ਦਲਿਤਾਂ ਦੀ ਵੀ ਗੱਲ ਕੀਤੀ ਹੈ, ਜਿਹੜੀਆਂ ਵੈਲਫੇਅਰ ਦੀਆਂ ਸਕੀਮਾਂ ਤੁਸੀਂ ਸ਼ੁਰੂ ਕੀਤੀਆਂ ਸੀ, ਭਾਵੇਂ ਉਹ ਸ਼ਗਨ ਸਕੀਮ ਹੋਵੇ, ਭਗਤ ਪੂਰਨ ਮੈਡੀਕਲ ਸਕੀਮ ਹੋਵੇ, ਉਹਨਾਂ ਸਕੀਮਾਂ 'ਤੇ ਵੀ ਹੁਣ ਵਿਰਾਮ ਚਿੰਨ੍ਹ ਲੱਗ ਗਿਆ। ਕਹਿੰਦੇ ਨੇ ਕਿ ਬਹੁਤ ਜਿਹੜੀਆਂ ਗੜਬੜੀਆਂ ਹੈ, ਇਸ ਕਰਕੇ ਅਸੀਂ ਉਹ ਆਡਿਟ ਕਰਾਂਗੇ, ਉਸ ਤੋਂ ਬਾਅਦ ਸ਼ੁਰੂ ਕਰਾਂਗੇ। 1 ਸਾਲ ਹੋ ਗਿਆ ਕਿਸੇ ਬਜ਼ੁਰਗ ਨੂੰ ਪੈਨਸ਼ਨ ਨਹੀਂ ਮਿਲੀ। 1 ਸਾਲ ਹੋ ਗਿਆ ਕਿਸੇ ਐਸੀ ਭਾਈਚਾਰੇ ਦੀ ਬੱਚੀ ਨੂੰ ਸਕਾਲਰਸ਼ਿਪ ਨਹੀਂ ਮਿਲੀ ਪੜ੍ਹਾਈ ਦੀ। 1 ਸਾਲ ਹੋ ਗਿਆ ਜੇ ਲੜਕੀਆਂ ਦੀ ਸ਼ਾਦੀ ਸ਼ਗਨ ਦਿੰਦੇ ਸੀ ਉਹ ਨਹੀਂ ਦਿੱਤਾ। ਮੈਂ ਕਹਿੰਦਾ ਕੁਛ ਵੀ 1 ਸਾਲ ਹੋ ਗਏ। ਜਿਹੜਾ ਅਸੀਂ ਸਾਈਕਲ ਲੜਕੀਆਂ ਨੂੰ ਦਿੰਦੇ ਸੀ ਉਹ ਵੀ ਬੰਦ ਕਰ ਦਿੱਤੇ। ਅਸੀਂ ਕਿੱਟਾਂ ਦਿੰਦੇ ਸੀ ਨੌਜਵਾਨਾਂ ਨੂੰ, ਸਪੋਰਟਸ ਸੀ, ਉਹ ਬੰਦ ਕਰ ਦਿੱਤੀ। ਵਰਲਡ ਕੱਪ ਕਬੱਡੀ ਕਰਾਉਂਦੇ ਸੀ ਉਹ ਬੰਦ ਕਰਾ ਦਿੱਤਾ ਇਹਨਾਂ ਨੇ। ਜਿਹੜੇ ਅਸੀਂ ਟੂਰਨਾਮੈਂਟ ਬੱਚਿਆਂ ਦੇ ਇੰਟਰ ਡਿਸਟ੍ਰਿਕਟ ਕਰਾਉਂਦੇ ਸੀ ਉਹ ਬੰਦ ਕਰਾ ਦਿੱਤਾ। ਮੈਨੂੰ ਇੱਕ ਗੱਲ ਦੱਸੋ ਕਿ ਇਹਨੇ 1 ਸਾਲ 'ਚ ਕੀਤਾ ਕੀ ਹੈ? ਤੁਹਾਡੇ ਸੇਵਾ ਕੇਂਦਰ ਵੀ ਬੰਦ ਹੋ ਗਏ। ਸੇਵਾ ਕੇਂਦਰ ਵੀ ਕਰ ਦੋਗੇ। ਜੇ ਪਿੰਡਾਂ 'ਚ ਅਸੀਂ ਸਹੂਲਤ ਬਣਾਈ ਸੀ ਸੇਵਾ ਕੇਂਦਰ, ਉਹ ਵੀ ਬੰਦ ਕਰਤੇ। ਇਹ ਸਰਕਾਰ ਨੇ ਤੁਸੀਂ ਮੈਂ ਦੱਸੋ ਚਲਾਇਆ ਕੀ ਹੈ? ਅਤੇ ਹੁਣ ਇਸ਼ਤਿਹਾਰ ਕੱਢਦੇ ਹੈ ਕਿ 2,000 ਕਰੋੜ ਦੀ ਅਸੀਂ ਪੈਚ ਵਰਕ ਕਰਨ ਲੱਗੇ ਹਾਂ। ਕਿਤੇ ਸਰਕਾਰਾਂ ਰਿਪੇਅਰ ਦਾ ਵੀ ਇਸ਼ਤਿਹਾਰ ਕੱਢਦੀਆਂ। ਮੈਨੂੰ ਲੱਗਦਾ ਅਗਲਾ ਇਸ਼ਤਿਹਾਰ ਕਰੋਗੇ ਕਿ ਅਸੀਂ 20,000 ਕਰੋੜ ਦੀ ਤਨਖਾਹ ਦਿੱਤੀ ਹੈ ਇਸ ਮਹੀਨੇ, ਅਤੇ ਉਹਦਾ ਇਸ਼ਤਿਹਾਰ ਵੀ ਕੱਢਣਗੇ। ਆਹ ਤਾਂ ਹਾਲਾਤ ਹੈ ਸਰਕਾਰ ਦੇ। ਅੱਛਾ, ਇੱਕ ਗੱਲ ਹੋਰ, ਤੁਸੀਂ ਜਿਹੜੇ ਕਮਿਸ਼ਨ ਬਣਾਏ ਹੋਏ ਨੇ ਸਰਕਾਰ ਨੇ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਕਮਿਸ਼ਨ ਹੈ ਜਾਂ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਜਿਹੜੇ ਪਰਚੇ ਦਰਜ ਹੋਏ ਨੇ, ਤੁਸੀਂ ਉਹਨਾਂ ਦੋਵਾਂ ਕਮਿਸ਼ਨਾਂ ਨੂੰ ਰਿਜੈਕਟ ਕਰ ਰਹੇ ਹੋ। ਤੁਹਾਡੀ ਜਦੋਂ ਸਰਕਾਰ ਸੀ ਤੁਸੀਂ ਵੀ ਇੱਦਾਂ ਦਾ ਕਮਿਸ਼ਨ ਬਣਾਇਆ ਸੀਗਾ ਔਰ ਰਿਟਾਇਰਡ ਜੱਜ ਦਾ ਕਮਿਸ਼ਨ ਸੀਗਾ। ਫਿਰ ਇਹ ਫ਼ਰਕ ਕਿਉਂ ਹੈ? ਫ਼ਰਕ ਹੈ ਕਿ ਜਿਹੜਾ ਜਸਟਿਸ ਰਣਜੀਤ ਸਿੰਘ ਹੈ ਅਤੇ ਜਸਟਿਸ ਮਹਿਤਾਬ ਸਿੰਘ ਹੈ, ਉਹ ਜੱਜ ਹੈ ਜਿਨ੍ਹਾਂ ਨੂੰ ਅਕਾਲੀ ਦਲ ਦੇ ਜਦੋਂ ਜੱਜ ਵੀ ਹੁੰਦੇ ਸੀ ਨਾ, ਕੋਈ ਅਕਾਲੀ ਵਰਕਰ ਦਾ ਵੀ ਕੇਸ ਜਾਂਦੇ ਸੀ, ਸਾਡੇ ਵਕੀਲ ਖੜ੍ਹੇ ਹੋ ਕੇ ਕਹਿੰਦੇ ਸੀ ਕਿ ਤੁਸੀਂ ਆਹ ਸੁਣਾਈ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਪੱਖਪਾਤ ਕਰਦੇ ਹੋ, ਤੁਸੀਂ ਅਕਾਲੀ ਦਲ ਦੇ ਖਿਲਾਫ ਹੋ। ਉਹ ਤਾਂ ਸ਼ਰੇਆਮ ਕੋਰਟ 'ਚ ਸਾਡੇ ਵਕੀਲ ਕਹਿੰਦੇ ਹੁੰਦੇ ਸੀ। ਆਹ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਮਹਿਤਾਬ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਜਿਗਰੀ ਦੋਸਤ ਹੈ। ਸ਼ਾਮ ਨੂੰ ਇਕੱਠੇ ਹੋ ਕੇ ਆਪਣੇ ਸ਼ਰਾਬਾਂ ਪੀਂਦੇ ਹੈ। ਇਹਨਾਂ ਦਾ ਕੋਈ ਅੱਜ ਜਿਹੜੇ ਕਮਿਸ਼ਨ ਬਣਾਇਆ ਇਹਦਾ ਕੰਮ ਕੀ ਹੈ ਕਿ ਅਕਾਲੀ ਦਲ ਦੇ ਸਿਰ 'ਤੇ ਇਹਨਾਂ ਤੋਂ ਲਿਖਾ ਕੇ ਲਵਾਓ ਕਿ ਬੇਅਦਬੀ ਅਕਾਲੀ ਦਲ ਨੇ ਕਰਾਇਆ। ਕਿ ਅਕਾਲੀ ਦਲ ਇੱਕ ਸਿੱਖ ਕੌਮ ਦੀ ਨੁਮਾਇੰਦਾ ਜਮਾਤ ਹੈ। ਅਕਾਲੀ ਦਲ ਸਿੱਖ ਕੌਮ ਦੀ ਆਵਾਜ਼ ਹੈ। ਅਕਾਲੀ ਦਲ ਸੋਚ ਸਕਦਾ? ਪਰ ਆ ਚਾਹੁੰਦੇ ਆ ਕਿਉਂਕਿ ਜਿਹੜੀ ਪਾਰਟੀ ਕਾਂਗਰਸ ਟੈਂਕਾਂ ਤੋਪਾਂ ਨਾਲ ਜਿਨ੍ਹਾਂ ਨੇ ਗੁਰੂ ਧਾਮਾਂ 'ਤੇ ਹਮਲਾ ਕੀਤਾ, ਜਿਹਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ, ਆਪਣੇ ਜੱਜ ਤੋਂ ਘੋਣਾ ਚਾਹੁੰਦੇ ਆ ਕਿ ਇਹਨਾਂ ਨੇ ਬਣਾਉਂਦੀ। ਅਸੀਂ ਤਾਂ ਪਹਿਲੇ ਦਿਨ ਤੋਂ ਕਿਹਾ ਸੀ ਕਿ ਅਸੀਂ ਮੰਨਦੇ ਹੀ ਨਹੀਂ। ਇਹਨਾਂ ਨੇ ਆਪ ਕਿਹਾ ਕੈਪਟਨ ਨੇ ਕਿ ਆਹ ਕਮਿਸ਼ਨ ਆਹ ਕਹੂਗਾ। ਕੈਪਟਨ ਦਾ ਬਿਆਨ ਕਮਿਸ਼ਨ ਵਾਲੇ ਬਣਿਆ ਵੀ ਨਹੀਂ ਕਿ ਮੈਂ ਜਸਟਿਸ ਰਣਜੀਤ ਸਿੰਘ ਨੂੰ ਲਾ ਰਿਹਾ ਜਿਹੜਾ ਜਿਹਨੇ ਤੁਹਾਨੂੰ ਲੋਕਾਂ ਨੂੰ ਦੱਸਣਾ ਕਿ ਬੇਅਦਬੀ ਅਕਾਲੀ ਦਲ ਨੇ ਕਰਾਈ ਹੈ। ਹੁਣ ਜੇ ਪਹਿਲੇ ਕਮਿਸ਼ਨ ਤੋਂ ਬੰਦ ਪਹਿਲੇ ਹੀ ਫੈਸਲਾ ਚੀਫ ਮਿਨਿਸਟਰ ਕਰਕੇ ਅਨਾਊਂਸ ਕਰਦੇ। ਅੱਜ ਜਾਖੜ ਨੇ ਇੱਕ ਸਟੇਟਮੈਂਟ ਦਿੱਤੀ ਹੈ
ਉਹੀ ਸਟੇਟਮੈਂਟ ਕੀ ਆ ਕਹੂਗਾ। ਜੇ ਤੁਸੀਂ ਆਪ ਹੀ ਕਹੀ ਜੇ ਨਾ ਜੋ ਕਮਿਸ਼ਨ ਕਹੂਗਾ, ਫਿਰ ਕਮਿਸ਼ਨ ਨੂੰ ਕੌਣ ਬਿਲੀਵ ਕਰਦਾ ਹੈ? ਪਰ ਕਮਿਸ਼ਨ ਤੁਸੀਂ ਵੀ ਬਣਾਇਆ ਸੀਗਾ, ਉਦੋਂ ਕਮਿਸ਼ਨ ਨੇ ਜਾਂਚ ਵੀ ਕੀਤੀ ਸੀ, ਫਿਰ ਤੁਸੀਂ ਉਹ ਜਾਂਚ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ? ਅਸੀਂ ਜਾਂਚ ਰਿਪੋਰਟ ਨਾਲ ਦੇ ਨਾਲ ਐਕਸੈਪਟ ਕੀਤੀ। ਅਸੀਂ ਨਾਲ ਦੇ ਨਾਲ ਅਸੀਂ ਏਜੀ ਕੋਲ ਚਲੀ ਗਈ ਅਤੇ ਹੋਮ ਡਿਪਾਰਟਮੈਂਟ ਕੋਲ ਚਲੀ ਗਈ। ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨੂੰ ਜਨਤਕ ਕਰਨਾ, ਕਿਉਂਕਿ ਅਖੀਰਲੇ ਟਾਈਮ 'ਚ ਆਈ ਸੀ। ਹੁਣ ਇਹਨਾਂ ਨੇ ਜਾਣ ਕੇ ਕੁਛ ਨਹੀਂ ਕੀਤਾ। ਹੁਣ ਤਾਂ ਉਹਨੂੰ ਜਾਂਚ ਮੰਨੀ ਹੀ ਨਹੀਂ, ਆਪਣਾ ਕਮਿਸ਼ਨ ਅਲੱਗ ਬਣਾਇਆ। ਉਹਨੇ ਆਪਣਾ ਬਣਾਇਆ, ਕਿਉਂਕਿ ਉਹ ਸਾਰਾ ਸੋਚਦੇ ਕਿ ਸਾਰਾ ਕੁਝ ਅਕਾਲੀ ਦਲ ਦੇ ਪਾ ਦਿਓ। ਐਂ ਲੋਕੀ ਨਹੀਂ ਮੰਨਦੇ ਅਕਾਲੀ ਦਲ ਦੇ ਖਿਲਾਫ। ਅੱਛਾ, ਇੱਕ ਸੁਖਬੀਰ ਜੀ, ਇੱਕ ਬੜਾ ਇੰਪੋਰਟੈਂਟ ਇਸ਼ੂ ਹੈਗਾ ਲਾਅ ਐਂਡ ਆਰਡਰ ਦਾ। ਇੱਕ ਖਿਡਾਰਨ ਨੇ ਸੁਸਾਈਡ ਵੀ ਕਰ ਲਿਆ, ਉਸਨੂੰ ਇਨਸਾਫ ਨਹੀਂ ਮਿਲਿਆ। ਤੁਹਾਡੇ ਵਰਕਰਾਂ 'ਤੇ ਵੀ ਤੁਸੀਂ ਕਿਹਾ ਕਿ ਤਸ਼ੱਦਦ ਹੁੰਦਾ ਰਿਹਾ। ਇਹ ਸਿਆਸੀ ਬਦਲਾਖੋਰੀ ਦੀ ਭਾਵਨਾ ਪੰਜਾਬ ਦਾ ਇਤਿਹਾਸ 'ਤੇ ਨਜ਼ਰ ਪਾਓ ਤਾਂ ਇਹ ਪਿੱਛੇ ਕਾਫੀ ਸਮੇਂ ਤੋਂ ਵੇਖਣ ਨੂੰ ਮਿਲਦੀ ਰਹੀ ਹੈ, ਪਰ ਇਸ ਵਾਰ ਜ਼ਿਆਦਾ ਪ੍ਰਬਲ ਹੋ ਕੇ ਕਿਉਂ ਆਈ ਹੈ? ਇਹਨਾਂ ਨੇ ਜਿਹੜੀ ਹੁਣ ਕਾਂਗਰਸ ਦੀ ਸਰਕਾਰ ਹੈ, ਇਹਨੇ ਇੱਕ ਮਨ ਬਣਾ ਲਿਆ ਕਿ ਕਿਵੇਂ ਨਾ ਕਿਵੇਂ ਤੁਸੀਂ ਅਕਾਲੀ ਵਰਕਰਾਂ ਨੂੰ ਡਰਾਓ ਧਮਕਾਓ। ਉਹਨਾਂ ਨੇ ਤੁਸੀਂ ਦੇਖੋ ਜਿਹੜਾ ਸੁਨੀਲ ਜਾਖੜ ਹੈ, ਇਹਨੇ ਕਿੰਨੇ ਲੋਕਾਂ ਦੇ ਝੂਠੇ ਕੇਸ ਅਬੋਹਰ 'ਚ ਬਣਾਏ ਹੈ। ਆ ਜਿਹੜਾ ਬਾਜਵੇ ਹੈ, ਉਹਨਾਂ ਨੇ ਕਿੰਨੇ ਲੋਕਾਂ ਦੇ ਆ ਜਿਹੜਾ ਕੇਸ ਝੂਠੇ ਬਣਾਏ ਹੈ। ਹੁਣ ਇੱਕ ਖਿਲਾੜੀ ਨੂੰ ਆਪਣੇ ਆਪ ਨੂੰ ਖੁਦਕੁਸ਼ੀ ਕਰਨੀ ਪਈ, ਇੱਕ ਫੌਜੀ ਨੂੰ ਧਰਨੇ 'ਤੇ ਬਹਿਣਾ ਪੈਂਦਾ, ਉਹਨਾਂ ਦੇ ਘਰਾਂ 'ਤੇ ਕਬਜ਼ੇ ਹੋ ਰਹੇ ਹੈ। ਆਹ ਜਿਹੜੀ ਕਾਂਗਰਸ ਸਰਕਾਰ ਹੈ, ਇਹਨਾਂ ਦੇ ਵਰਕਰ ਲੁੱਟਣ 'ਤੇ ਲੱਗ ਗਏ ਹੈ, ਕਬਜ਼ੇ ਕਰਨ 'ਤੇ ਲੱਗ ਗਏ ਹੈ। ਉਹ ਸੋਚਦੇ ਕਿ ਡਰਾ ਕੇ ਧਮਕਾ ਕੇ ਅਸੀਂ ਪਤਾ ਨਹੀਂ ਕੀ ਕਰ ਲਾਂਗੇ। ਉਹਨਾਂ ਨੂੰ ਪਤਾ ਨਹੀਂ, ਜਾਖੜ ਸਾਹਿਬ ਨੂੰ ਦੂਜਿਆਂ ਨੂੰ, ਕਿ ਜਿਹੜੇ ਝੂਠੇ ਕੇਸ ਬਣਾਉਂਦੇ ਆ ਨਾ ਉਹ ਵੀ ਦੋਸ਼ੀ ਹੁੰਦੇ ਆ। ਸਾਡੀ ਸਰਕਾਰ ਆਊਗੀ, ਅਸੀਂ ਸਿਟਿੰਗ ਜੱਜ ਦੀ ਅਸੀਂ ਇਨਕੁਆਇਰੀ ਲਾਵਾਂਗੇ, ਅਤੇ ਜਿਹੜੇ ਕਾਂਗਰਸੀਆਂ ਨੇ ਆਹ ਜੇ ਝੂਠੇ ਕੇਸ ਕਰਾਏ ਉਹ ਲੀਡਰ ਵੀ ਫੜੇ ਜਾਣਗੇ ਨਾਲ। ਕਿਉਂਕਿ ਕਿਸੇ 'ਤੇ ਝੂਠਾ ਕੇਸ ਪਾਉਣਾ, ਕਿਸੇ ਦਾ ਮਰਡਰ ਦਾ ਕੇਸ ਪਾਉਣਾ, ਕਿਸੇ 'ਤੇ ਕਬਜ਼ੇ ਕਰਨੇ ਜ਼ਮੀਨਾਂ ਦੇ, ਉਹ ਬਹੁਤ ਵੱਡਾ ਗੁਨਾਹ ਹੈ। ਅੱਛਾ ਸੁਖਬੀਰ ਜੀ, ਤੁਸੀਂ ਇੱਕ ਹੋਰ ਇੰਪੋਰਟੈਂਟ ਇਸ਼ੂ ਹੈ ਪੰਥਕ ਮੁੱਦਿਆਂ ਦੀ। ਅਸੀਂ ਜੇ ਗੱਲ ਕੀਤੀ ਜਾਵੇ, ਤੁਸੀਂ ਕਿਹਾ ਕਿ ਹੁਣ ਧਾਰਾ 25 ਦੇ ਵਿੱਚ ਅਮੈਂਡਮੈਂਟ ਕਰਨ ਦੀ ਗੱਲ ਕਰ ਰਹੇ ਹੋ। ਆਮ ਤੌਰ 'ਤੇ ਲੋਕ ਇਹ ਕਹਿੰਦੇ ਨੇ ਕਿ ਜਦੋਂ ਤੁਸੀਂ ਸੱਤਾ ਤੋਂ ਬਾਹਰ ਹੁੰਦੇ ਹੋ ਤਾਂ ਹੀ ਤੁਹਾਨੂੰ ਪੰਥਕ ਮੁੱਦੇ ਕਿਉਂ ਨਜ਼ਰ ਆਉਂਦੇ ਨੇ। 10 ਸਾਲ ਤੁਸੀਂ ਸੱਤਾ ਸੀ, ਤੁਸੀਂ ਉਦੋਂ ਕਿਉਂ ਨਹੀਂ ਅਮੈਂਡਮੈਂਟ ਕਰਾ ਲਈ? 3-3.5 ਸਾਲ ਤਾਂ ਮੋਦੀ ਸਰਕਾਰ ਨੂੰ ਵੀ ਹੋ ਗਏ ਨੇ। ਅਸੀਂ ਅਮੈਂਡਮੈਂਟ ਜਦੋਂ ਅਸੀਂ ਸੱਤਾ ਸੀ ਨਾ, ਜਦੋਂ ਵਾਜਪਾਈ ਦੀ ਸਰਕਾਰ ਸੀ, ਅਸੀਂ ਉਦੋਂ ਮੁੱਦਾ ਉਠਾਇਆ ਸੀ। ਵਾਜਪਾਈ ਜੀ ਨੇ ਉਦੋਂ ਕਮਿਸ਼ਨ ਬਿਠਾਇਆ ਸੀ, ਉਸ ਕਮਿਸ਼ਨ ਦੇ ਰਿਪੋਰਟ ਦਿੱਤੀ ਕਿ ਆਹ ਅਮੈਂਡਮੈਂਟ ਹੋਣੀ ਚਾਹੀਦੀ ਹੈ। ਸਿੱਖ ਕੌਮ ਅਲੱਗ ਧਰਮ ਹੈ, ਇਹਦੀ ਅਮੈਂਡਮੈਂਟ ਹੋਣੀ ਚਾਹੀਦੀ ਹੈ। ਉਹ ਰਿਪੋਰਟ ਅਸੀਂ ਵਾਜਪਾਈ, ਉਹ ਰਿਪੋਰਟ ਉਹਦੇ ਬਾਅਦ ਕਾਂਗਰਸ ਨੇ ਆਉਣ 'ਤੇ ਰਿਜੈਕਟ ਕਰਤੀ। ਅਤੇ ਅਸੀਂ ਤਾਂ ਲਗਾਤਾਰ ਭਾਵੇਂ ਸੱਤਾ 'ਚ ਹੋਈਏ ਨਾ ਹੋਈਏ, ਅਸੀਂ ਇਹ ਲੜਾਈ ਲੜਦੇ ਰਹੇ ਹਾਂ। ਤੁਹਾਨੂੰ ਲੱਗਦਾ ਹੈ ਅਮੈਂਡਮੈਂਟ ਕਰਵਾ ਪਾਓਗੇ ਤੁਸੀਂ? ਸਾਰੀ ਪਾਰਟੀਆਂ ਦਾ ਸਮਰਥਨ ਬੜਾ ਜ਼ਰੂਰੀ। ਅਸੀਂ ਆਪਣੀ ਕੋਈ ਟੀਮ ਬਣਾ ਰਹੇ ਹਾਂ ਜਿਹੜੀ ਸਾਰੇ ਆਪਣੇ ਕੌਨਸਟੀਟਿਊਸ਼ਨਲ ਐਕਸਪਰਟਸ ਨਾਲ ਗੱਲ ਕਰਕੇ ਕੀ ਤਰੀਕਾ ਹੋ ਸਕਦਾ ਹੈ, ਇਹਨੂੰ ਕਿਵੇਂ ਅੱਗੇ ਪਰਸੂ ਕਰੀਏ, ਉਹ ਅਸੀਂ ਅੱਛਾ ਨਹੀਂ ਆਪਣੇ MPs ਦੀ ਡਿਊਟੀ ਲਾਵਾਂਗੇ। ਪੰਜਾਬ ਦੀਆਂ ਕਾਰਪੋਰੇਸ਼ਨ ਇਲੈਕਸ਼ਨ ਹੁਣੇ ਨਿਕਲੀਆਂ ਨੇ, ਤੁਸੀਂ ਧੱਕੇਸ਼ਾਹੀ ਦੇ ਵੀ ਇਲਜ਼ਾਮ ਲਾਏ। ਹੁਣ ਲੁਧਿਆਣਾ ਦੀ ਕਾਰਪੋਰੇਸ਼ਨ ਇਲੈਕਸ਼ਨ ਹੈ, ਪੰਚਾਇਤ ਇਲੈਕਸ਼ਨ ਹੈ। ਕੀ ਇਸ ਵਾਰ ਅਕਾਲੀ ਦਲ ਦੇ ਵਰਕਰਾਂ ਦੀ ਸਟ੍ਰੈਟਜੀ ਚੇਂਜ ਹੋਏਗੀ, ਰਣਨੀਤੀ ਚੇਂਜ ਹੋਏਗੀ, ਜਾਂ ਤੁਹਾਡੇ ਵਰਕਰਾਂ ਦਾ ਮੁਰਾਲ ਜਿਹੜਾ ਪਹਿਲਾਂ ਹੀ ਡਾਊਨ ਹੋ ਗਿਆ ਇੰਨਾ ਦੇਖਣ ਤੋਂ ਬਾਅਦ, ਕੋਈ ਫਰਕ ਪਏਗਾ ਤੁਹਾਨੂੰ ਲੱਗਦਾ? ਸਾਡਾ ਅਕਾਲੀ ਦਲ ਦਾ ਵਰਕਰ ਦਾ ਮੁਰਾਲ ਕਿਤੇ ਡਾਊਨ ਨਹੀਂ ਹੁੰਦਾ। ਜਿਹੜੀ ਪਾਰਟੀ 15-15 ਸਾਲ ਜਿਹਦੇ ਵਰਕਰ ਜੇਲ੍ਹਾਂ ਜਾ ਸਕਦੇ, ਹੱਸ ਕੇ ਜਾ ਸਕਦੇ ਆ, ਉਹ ਡਰਦੇ ਨਹੀਂ ਹੁੰਦੇ। ਅਸੀਂ ਲੜਾਈ ਲੜਾਂਗੇ, ਮੈਦਾਨੇ ਜੰਗ 'ਚ ਲੜਾਂਗੇ, ਭਾਵੇਂ ਜਿੰਨਾ ਮਰਜ਼ੀ ਧੱਕਾ ਕਰਨਾ, ਇਹ ਮੁਕਾਬਲਾ ਪੂਰਾ ਕਰਾਂਗੇ। ਹੁਣ ਆਹ ਜਿਹੜੇ ਇਲੈਕਸ਼ਨ ਨਹੀਂ ਸੀ, ਆਹ ਬੂਥ ਕੈਪਚਰਿੰਗ ਸੀ। ਪਰ ਫਿਰ ਵੀ ਮੈਂ ਵਧਾਈ ਦਿੰਦਾ ਸਾਡੇ ਪਟਿਆਲੇ ਦੇ MCਆਂ ਦਾ ਅਤੇ ਦੂਜੇ ਸ਼ਹਿਰ ਦੇ MCਆਂ ਨੇ ਮੁਕਾਬਲਾ ਪੂਰਾ ਕੀਤਾ। ਭਾਵੇਂ ਡਾਂਗਾ ਪਈਆਂ ਉਹਨਾਂ ਨੂੰ, ਪਰ ਅਸੀਂ ਡਟ ਕੇ ਭੱਜੇ ਨਹੀਂ, ਅਸੀਂ ਮੁਕਾਬਲਾ ਕੀਤਾ। ਪੁਲਿਸ ਨਾਲ ਵੀ ਮੁਕਾਬਲਾ ਕਰਨਾ ਵਾ ਕੀਤਾ ਸੀ। ਐਕਚੁਅਲੀ ਇੱਥੇ ਪੁਲਿਸ ਦੀ ਅਤੇ ਅਕਾਲੀ ਵਰਕਰਾਂ ਦੀ ਲੜਾਈ ਸੀ, ਕਾਂਗਰਸੀ ਤਾਂ ਉਹ ਨਿਕਲਦੇ ਨਹੀਂ। ਸਥਾਨਕ ਸਰਕਾਰਾਂ ਚੋਣਾਂ ਜਿਹੜਾ ਡਿਪਾਰਟਮੈਂਟ ਹੈਗਾ ਸਿੱਧਾ ਸਿੱਧੂ ਸਾਹਿਬ ਨਾਲ ਜੁੜਦਾ, ਔਰ ਪਿੱਛੇ 9-10 ਮਹੀਨਿਆਂ ਦਾ ਜੇ ਰਿਕਾਰਡ ਦੇਖੋ ਤਾਂ ਕੁਛ ਕਹਿਣ ਯੋਗ ਬਹੁਤਾ ਕੁਛ ਨਜ਼ਰ ਨਹੀਂ ਆਉਂਦਾ। ਫਿਰ ਕਿਸ ਬਿਹਾਫ 'ਤੇ ਤੁਹਾਨੂੰ ਲੱਗਦਾ ਕਿ ਕਾਂਗਰਸ ਚੋਣ ਲੜੇਗੀ, ਜਾਂ ਕਿਸ ਬਿਹਾਫ 'ਤੇ ਤੁਸੀਂ ਚੋਣ ਲੜੋ? ਸੀ ਬੱਚਾ ਜਾਣਦਾ ਹੈ ਕਿ ਜੋ ਡਿਵੈਲਪਮੈਂਟ ਬਾਦਲ ਸਾਹਿਬ ਦੀ ਸਰਕਾਰ ਦੇ ਟਾਈਮ ਹੋਈ ਹੈ, ਇਹ ਜਿਹੀ ਡਿਵੈਲਪਮੈਂਟ ਕਿਤੇ ਹੋਈ ਨਹੀਂ। ਤੁਸੀਂ ਅੱਜ ਚੰਡੀਗੜ੍ਹੋਂ ਬਠਿੰਡਾ ਹੀ ਜਾਓ, ਸੜਕ ਦੇਖੋ ਕਿਹੋ ਜਿਹੀ ਬਣੀ ਹੈ। ਤੁਸੀਂ ਇੱਥੋਂ ਪਟਿਆਲੇ ਤੋਂ ਤੁਸੀਂ ਚੰਡੀਗੜ੍ਹ ਤੋਂ ਲੁਧਿਆਣੇ ਜਾਓ, ਕਿੱਡੀ 10 ਲੇਨ ਦੀ ਸੜਕ ਬਣੀ ਜਾਂਦੀ ਹੈ। ਅੰਮ੍ਰਿਤਸਰ ਤੋਂ ਤੁਸੀਂ ਬਠਿੰਡਾ ਸਾਈਡ ਚਲੇ ਜਾਓ, ਅੰਮ੍ਰਿਤਸਰ ਤੋਂ ਪਠਾਨਕੋਟ ਚਲੇ ਜਾਓ, ਇੱਥੋਂ ਜਲੰਧਰ ਸੜਕਾਂ ਦੇਖੋ। ਇਹੋ ਜਿਹੀਆਂ ਸੜਕਾਂ ਬਣਾਤੀਆਂ ਸੀ ਜਿਹੜੇ ਕੋਈ ਸੋਚ ਨਹੀਂ ਸਕਦਾ। ਅਮਰੀਕਾ ਕੈਨੇਡਾ ਤੋਂ ਵਧੀਆ। ਅਸੀਂ ਪਾਵਰ, ਅਸੀਂ ਕਿਹਾ ਬਿਜਲੀ 24 ਘੰਟੇ ਕਰ ਦਾਂਗੇ, ਅਸੀਂ ਕਰ ਦਿੱਤੀ। ਅਸੀਂ ਕਿਹਾ ਦੁਨੀਆ ਨਾਲ ਏਅਰਪੋਰਟਾਂ ਨਾਲ ਜੋੜ ਦਾਂਗੇ, ਅਸੀਂ ਜੋੜ ਦਿੱਤੇ। ਅਸੀਂ ਸ਼ਹਿਰਾਂ 'ਚ ਤੁਸੀਂ ਦੇਖੋ 150 ਸ਼ਹਿਰਾਂ 'ਚ
ਅਸੀਂ ਸੀਵਰੇਜ ਵਾਟਰ ਸਪਲਾਈ ਦਾ ਕੰਮ ਸ਼ੁਰੂ ਕੀਤਾ। ਆਹ ਸਰਕਾਰ ਨੇ ਉਹ ਕੰਮ ਖਤਮ ਕਰਨ ਦੀ ਬਜਾਏ ਜਿੱਥੇ ਕੰਮ ਕੀਤਾ ਸੀ ਰਹਿ ਗਿਆ ਉੱਥੇ ਉਹਨੇ ਬੰਦ ਕਰ ਦਿੱਤਾ। ਜਿੱਥੇ 30% ਆ 30% ਬੰਦ ਕਰਤਾ। ਅੱਜ ਉਹ ਗਲੀਆਂ ਪੱਟੀਆਂ ਪਈਆਂ। ਤੁਸੀਂ ਕਹਿੰਦੇ ਲੋਕੀ ਇਹਨਾਂ ਨੂੰ ਮਾਫ਼ ਕਰਨਗੇ? ਸਿੱਧੂ ਸਾਹਿਬ ਨੂੰ ਮਾਫ਼ ਕਰਨਗੇ? ਅੱਛਾ, ਜਿਹੜੀ ਗੱਲ ਤੁਸੀਂ ਬਿਜਲੀ ਦੀ ਕੀਤੀ ਹੈ ਉਹ ਰਹਿ ਨਾ ਜਾਵੇ ਸਵਾਲ। ਬਠਿੰਡਾ ਥਰਮਲ ਪਾਵਰ ਪਲਾਂਟ ਬੰਦ ਹੋ ਗਿਆ, ਤੁਹਾਡੇ ਵੇਲੇ ਵੀ ਇਹ ਕਿਹਾ ਜਾ ਰਿਹਾ ਸੀ ਕਿ ਘਾਟੇ ਚੱਲ ਰਿਹਾ ਸੀ, ਤੁਸੀਂ ਫਿਰ ਵੀ ਉਹਨੂੰ ਸਰਵਾਈਵ ਕੀਤਾ, ਜਿੰਦਾ ਰੱਖਿਆ, ਉਸ ਨੂੰ ਬੰਦ ਕੀਤਾ। ਕਹਿੰਦੇ ਕਿ ਸਾਨੂੰ ਬਾਹਰੋਂ ਸਸਤੀ ਬਿਜਲੀ ਮਿਲ ਰਹੀ ਹੈ, ਅਸੀਂ ਆਪਣਾ ਘਰ ਫੂਕ ਕੇ ਕਿਉਂ ਬਿਜਲੀ ਲਈਏ? ਗੱਲ ਹੈ ਕਿ ਅਸੀਂ ਉਹਨੂੰ ਰੈਨੋਵੇਟ ਕੀਤਾ ਜਿਹਦੀ ਲਾਈਫ ਅਗਲੇ 7-8 ਸਾਲ ਚੱਲ ਸਕਦੀ ਹੈ। ਸੋ ਜਿਹੜੀ ਆਪਣੀ ਚੀਜ਼ ਚੱਲ ਸਕਦੀ ਹੈ, ਪੈਸਾ ਲਾਇਆ, ਹੁਣ ਇੱਕਦਮ ਬੰਦ ਕਰਨ ਦੀ ਕੀ ਲੋੜ ਹੈ? ਕਿਉਂਕਿ ਐਕਚੁਅਲੀ ਮੈਂ ਇਹਨੂੰ ਕਿਹਾ ਕਿ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ। ਆਈ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਂ ਨਹੀਂ ਹੋਣ ਦਊਂਗਾ। ਤੁਸੀਂ ਇਹਨਾਂ ਦੇ ਬਿਆਨ ਦੇਖ ਲਓ ਅਸੈਂਬਲੀ ਦੇ ਇਲੈਕਸ਼ਨ ਦੇ ਦੌਰਾਨ, ਕੈਪਟਨ ਸਾਹਿਬ ਦੇ, ਮਨਪ੍ਰੀਤ ਸਿੰਘ ਦੇ, ਕਿਸੇ ਦੇ, ਜੋ ਉਹਨਾਂ ਨੇ ਕਿਹਾ ਸੀ ਉਹਦੇ ਉਲਟ ਕੀਤਾ ਕੰਮ। ਇੱਕ ਵੀ ਤੁਸੀਂ ਆਹ ਨਹੀਂ ਕਹਿ ਸਕਦੇ ਕਿ ਆਹ ਇਹਨਾਂ ਨੇ ਕੰਮ ਕੀਤਾ। ਤੁਸੀਂ ਇਕੱਲੇ ਬਠਿੰਡੇ ਦੀ ਥਰਮਲ ਪਲਾਂਟ ਬੰਦ ਹੀ ਨਹੀਂ, ਉਹ ਜਿਹੜੇ ਅਸੀਂ ਏਮਸ ਲਿਆਂਦਾ ਸੀ ਅੱਜ ਤੱਕ NOC ਨਹੀਂ ਦਿੱਤੀ। ਜਿਹੜਾ ਉੱਥੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਣਾਈ ਸੀ ਉਹਨੂੰ ਸ਼ਿਫਟ ਕਰਨ ਨੂੰ ਫਿਰਦੇ ਆ। ਫਿਰ ਉਹਨਾਂ ਨੇ ਕੀਤਾ ਕੀ ਹੈ? ਰੋਕਣ 'ਤੇ ਲੱਗਿਆ ਸਾਰਾ ਕੁਛ। ਇੱਕ ਆਖਰੀ ਸਵਾਲ, ਇਸ ਇਲੈਕਸ਼ਨ ਤੋਂ ਬਾਅਦ ਤੁਸੀਂ ਤੀਜੀ ਥਾਂ ਤੇ ਆ ਗਏ। ਆਮ ਆਦਮੀ ਪਾਰਟੀ ਨੇ ਮੁੱਖ ਵਿਰੋਧੀ ਪਾਰਟੀ ਦੀ ਭੂਮਿਕਾ ਨਿਭਾਈ, ਪਰ ਪਿਛਲੇ 8-9 ਮਹੀਨਿਆਂ ਦਾ ਜੇ ਰਿਪੋਰਟ ਕਾਰਡ ਦੇਖਿਆ ਜਾਵੇ, ਭਾਵੇਂ ਉਹ MC ਇਲੈਕਸ਼ਨ ਹੋਣ ਜਾਂ ਦੂਜੀਆਂ ਤੀਜੀਆਂ, ਮੁੱਖ ਵਿਰੋਧੀ ਪਾਰਟੀ ਵਜੋਂ ਤੁਸੀਂ ਉੱਭਰ ਕੇ ਸਾਹਮਣੇ ਆਏ ਹੋ। ਇਹਦੇ ਪਿੱਛੇ ਕੀ ਕਾਰਨ ਸਮਝਦੇ ਹੋ? ਸੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ ਹੈ, ਘਰ ਘਰ ਬਸੀ ਹੈ, ਲੋਕਾਂ ਦੇ ਖੂਨ 'ਚ ਬਸੀ ਹੈ। ਆਹ ਕੋਈ ਤੀਜੇ ਨੰਬਰ 'ਤੇ ਨਹੀਂ ਸੀ। ਜੇ ਵੋਟ ਬੈਂਕ ਦੇਖੋ, ਵੋਟ ਸ਼ੇਅਰ ਦੇਖੋ, ਅਸੀਂ ਦੂਜੇ ਨੰਬਰ 'ਤੇ ਸੀ। ਆਮ ਆਦਮੀ ਪਾਰਟੀ ਨੂੰ ਤਾਂ ਇਕੱਲਾ 21% ਵੋਟ ਮਿਲਿਆ, ਸਾਨੂੰ 32% ਮਿਲਿਆ, ਅਤੇ ਕਾਂਗਰਸ ਨੂੰ 38, 5-7% ਸਭ ਤੋਂ ਵੱਧ ਮਿਲਿਆ। ਤੋ ਇਸ ਕਰਕੇ ਸੀਟਾਂ ਦਾ ਕੋਈ ਫਰਕ ਪੈ ਗਿਆ। ਬਟ ਐਕਚੁਅਲੀ ਉਹਦੇ ਬਾਅਦ ਤੁਸੀਂ ਦੇਖੋ ਜਿੰਨੇ ਵੀ ਇਲੈਕਸ਼ਨ ਹੋਏ, ਆਮ ਆਦਮੀ ਪਾਰਟੀ ਤਾਂ ਜ਼ਮਾਨਤੀ ਜ਼ਬਤ ਹੋਈ ਹੈ। ਆਮ ਆਦਮੀ ਪਾਰਟੀ ਤਾਂ ਹੁਣ ਖਤਮ ਹੈ। ਲੋਕੀ ਜਾਣ ਗਏ ਹੈ ਕਿ ਯਾਰ ਆਹ ਸਾਰੀ ਫਰੋਡ ਪਾਰਟੀ ਹੈ, ਆਹ ਸਾਰੀ ਡਰਾਮੇ ਕਰਦੀ ਹੈ। ਹੁਣ ਤੁਸੀਂ ਸਾਹਮਣੇ ਦੇਖ ਲਓ ਹੁਣ ਹੋਇਆ ਕੀ ਹੈ। ਕਹਿੰਦੇ ਸੀ ਅਸੀਂ ਬੜੇ ਕਰਪਸ਼ਨ ਦੇ ਖਿਲਾਫ ਹੈ। ਇਹਨਾਂ ਦੇ ਕੇਜਰੀਵਾਲ ਨੇ 3 ਰਾਜ ਸਭਾ ਸੀਟਾਂ ਹੀ ਵੇਚਤੀਆਂ। ਹੁਣ ਕੋਈ ਦੱਸ ਰਿਹਾ 100 ਕਰੋੜ ਰੁਪਇਆ ਪਾਰਟੀ 'ਚ ਲੈ ਲਿਆ, ਆਪਣੇ ਵਾਸਤੇ ਲੈ ਲਿਆ, ਸੀਟਾਂ ਵੇਚ। ਜਿਹੜੇ ਪਾਰਟੀ ਆਪਣੇ ਸੀਟਾਂ ਹੀ ਵੇਚਣ ਲੱਗ ਜੇ, ਉਹਦਾ ਕਿਰਦਾਰ ਬਾਰੇ ਕੀ ਕਹਿ ਸਕਦੇ? ਮਿਸ਼ਨ 2019 ਕੀ ਰਹੇਗਾ? ਪਾਰਲੀਮੈਂਟ 'ਚ 13 ਤੇ 13। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਇਸ ਸਨ ਸੁਖਬੀਰ ਸਿੰਘ ਬਾਦਲ ਜੀ, ਜਿਨ੍ਹਾਂ ਨੇ ਤਮਾਮ ਮੁੱਦਿਆਂ 'ਤੇ ਗੱਲਬਾਤ ਬੜੇ ਬੇਬਾਕ ਤਰੀਕੇ ਨਾਲ ਕੀਤੀ ਹੈ ਔਰ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਵੀ ਕੀਤਾ। ਔਰ ਜੋ ਕਾਂਗਰਸ ਸਰਕਾਰ ਇਹਨਾਂ ਦਾ ਦਾਅਵਾ ਹੈ ਕਿ ਜੋ ਵਾਅਦਾ ਕੀਤਾ ਸੀ, ਉਹ ਵਾਅਦੇ ਦਾ 1% ਵੀ ਜੇ ਪੂਰਾ ਕਰ ਦੇਣ ਤਾਂ ਸ਼ਾਇਦ ਕਿਸਾਨਾਂ ਦਾ ਭਲਾ ਹੋ ਜਾਏ।